Hello students, my name is Ajit Pathak and welcome to the Royal Group of College Podawal online classes। ਅੱਜ ਆਪਾਂ ਇੰਡੀਫਰੈਂਸ ਕਰਵ ਦਾ ਜਿਹੜਾ ਹੈਗਾ ਅਜ਼ੰਪਸ਼ਨਸ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਆਪਾਂ ਮੀਨਿੰਗ ਐਂਡ ਡੈਫੀਨੇਸ਼ਨ ਕੀਤੀ ਸੀ ਇੰਡੀਫਰੈਂਸ ਕਰਵ ਦੀ, ਤੇ ਅੱਜ ਆਪਾਂ ਜੋ ਹੈ ਇੰਡੀਫਰੈਂਸ ਕਰਵ ਦਾ ਜਿਹੜਾ ਹੈਗਾ ਅਜ਼ੰਪਸ਼ਨਸ ਨੇ ਉਸ ਦੇ ਬਾਰੇ ਗੱਲ ਕਰਾਂਗੇ। ਠੀਕ ਹੈ, ਜਿਹੜਾ ਪਿਛਲੀ ਵੀਡੀਓ ਦੇ ਵਿੱਚ ਆਪਾਂ ਮੀਨਿੰਗ ਐਂਡ ਡੈਫੀਨੇਸ਼ਨਸ ਦੀ ਗੱਲ ਕੀਤੀ ਸੀਗੀ, ਉਸ ਦੇ ਨਾਲ ਹੀ ਜਿਹੜੀ ਇੰਡੀਫਰੈਂਸ ਕਰਵ ਹੈ ਇਸ ਨੂੰ ਦੋ ਨਾਮ ਦੇ ਨਾਲ ਹੋਰ ਜਾਣਿਆ ਜਾਂਦਾ ਹੈ। ਇੰਡੀਫਰੈਂਸ ਕਰਵ ਨੂੰ ਆਈਸੋ ਯੂਟਿਲਿਟੀ ਕਰਵ ਵੀ ਕਹਿ ਦਿੰਦੇ ਹੈ, ਆਈਸੋ ਯੂਟਿਲਿਟੀ ਕਰਵ, ਤੇ ਨਾਲ ਹੀ ਜਿਹੜਾ ਹੈਗਾ ਇਸ ਦਾ ਦੂਸਰਾ ਨਾਮ ਇਸ ਨੂੰ ਇਕੁਅਲ ਯੂਟਿਲਿਟੀ ਕਰਵ ਵੀ ਕਹਿ ਦਿੰਦੇ ਹੈ, ਜਾਂ ਫਿਰ ਇਸ ਨੂੰ ਇਕੁਅਲ ਯੂਟਿਲਿਟੀ ਕਰਵ। ਕਿਉਂਕਿ ਕਈ ਵਾਰ ਜਿਹੜਾ ਹੈਗਾ ਐਗਜ਼ਾਮੀਨਰ ਜਿਹੜਾ ਹੈਗਾ ਪੁੱਛ ਲੈਂਦਾ ਕਿ ਇਕੁਅਲ ਯੂਟਿਲਿਟੀ ਕਰਵ ਕਿਹੜੀ ਹੈ ਜਾਂ ਆਈਸੋ ਯੂਟਿਲਿਟੀ ਕਰਵ ਕਿਹੜੀ ਹੈ, ਤਾਂ ਉਹ ਇੰਡੀਫਰੈਂਸ ਕਰਵ ਹੀ ਹੁੰਦੀ ਹੈ। ਜਿਹੜੀ ਆਈਸੋ ਯੂਟਿਲਿਟੀ ਕਰਵ ਹੈ ਉਹਨੂੰ ਇੰਡੀਫਰੈਂਸ ਕਰਵ ਹੀ ਕਹਿੰਦੇ ਹੈ। ਔਰ ਜਿਹੜਾ ਹੈ ਇਸ ਦੇ ਵਿੱਚ ਆਪਾਂ ਅਜ਼ੰਪਸ਼ਨਸ ਦੀ ਗੱਲ ਕਰਾਂਗੇ ਅੱਜ। ਅਜ਼ੰਪਸ਼ਨਸ ਦੇ ਵਿੱਚ ਜਿਹੜਾ ਹੈ ਆਪਣੀ ਪਹਿਲੀ ਅਜ਼ੰਪਸ਼ਨ ਹੈਗੀ ਹੈ ਰੈਸ਼ਨਲ ਕੰਜ਼ਿਊਮਰ, rationality। Under the indifference curve, the consumer is rational. He always wants to maximize his satisfaction. He always aims to maximize his utility. Under this, the consumer aims to maximize his utility। मतलब ਕੀ ਹੈ ਕਿ ਜਿਹੜਾ ਹੈਗਾ ਰੈਸ਼ਨੈਲਿਟੀ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਕਿ ਇੰਡੀਫਰੈਂਸ ਕਰਵ ਦੇ ਵਿੱਚ ਜਿਹੜਾ ਕੰਜ਼ਿਊਮਰ ਹੈ, ਠੀਕ ਹੈ, ਉਹ ਹਮੇਸ਼ਾ ਹੀ ਚਾਹੁੰਦਾ ਹੈ ਕਿ ਉਸ ਨੂੰ ਜਿਹੜੀ ਹੈਗੀ ਹੈ ਜਿਹੜੀ ਯੂਟਿਲਿਟੀ ਹੈ ਉਸ ਨੂੰ ਕੀ ਹੈ ਜ਼ਿਆਦਾ ਮਿਲੇ। ਉਹ ਹਮੇਸ਼ਾ ਹੀ ਜਿਹੜਾ ਹੈਗਾ ਆਪ ਨੂੰ ਕੀ ਹੈ ਮੈਕਸੀਮਾਈਜ਼ ਕਰਨਾ ਚਾਹੁੰਦਾ ਹੈ। ਠੀਕ ਹੈ, ਯੂਟਿਲਿਟੀ ਨੂੰ ਮੈਕਸੀਮਾਈਜ਼ ਕਰਨ ਦੀ ਗੱਲ ਕਰਦਾ ਤਾਂ ਉਸ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਕੰਜ਼ਿਊਮਰ ਹੈ ਉਹ ਰੈਸ਼ਨਲ ਹੈ। ਠੀਕ ਹੈ, ਉਹਦਾ ਹਮੇਸ਼ਾ ਇੱਕੋ ਇੱਕ ਜਿਹੜਾ ਮੋਟਿਵ ਰਹਿੰਦਾ ਕਿ ਮੈਂ ਆਪਣੀ ਜਿਹੜੀ ਯੂਟਿਲਿਟੀ ਹੈ ਉਸ ਨੂੰ ਕੀ ਕਰਾਂ, ਮੈਕਸੀਮਾਈਜ਼ ਕਰਾਂ। ਉਸ ਤੋਂ ਬਾਅਦ ਜਿਹੜੀ ਸੈਕਿੰਡ ਇਸ ਦੀ ਅਜ਼ੰਪਸ਼ਨ ਹੈ ਉਹ ਹੈਗੀ ਹੈ ਆਰਡੀਨਲ ਯੂਟਿਲਿਟੀ। ਸੈਕਿੰਡ ਅਜ਼ੰਪਸ਼ਨ ਇਸ ਦੇ ਅੰਡਰ ਆ ਜਾਂਦੀ ਹੈ ਆਰਡੀਨਲ ਯੂਟਿਲਿਟੀ। ਆਰਡੀਨਲ ਯੂਟਿਲਿਟੀ ਦੇ ਅੰਡਰ ਆ ਜਾਂਦਾ ਕਿ ਕੰਜ਼ਿਊਮਰ ਕੈਨ ਰੈਂਕ ਹਿਜ਼ ਯੂਟਿਲਿਟੀ। ਆਪਾਂ ਕਾਰਡੀਨਲ ਯੂਟਿਲਿਟੀ ਦੀ ਗੱਲ ਕੀਤੀ ਸੀ। ਕਾਰਡੀਨਲ ਯੂਟਿਲਿਟੀ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਕੰਜ਼ਿਊਮਰ ਹੈ, ਠੀਕ ਹੈ, ਉਹ ਕੀ ਕਰਦਾ ਹੈ, ਉਹ ਆਪਣੀ ਜਿਹੜੀ ਯੂਟਿਲਿਟੀ ਹੈ ਉਸ ਨੂੰ ਕੀ ਕਰਦਾ ਹੈ, ਉਸ ਨੂੰ ਉਹ ਜਿਹੜੇ ਨੰਬਰਸ ਦੇ ਵਿੱਚ ਜਿਹੜਾ ਡਿਫਾਈਨ ਕਰਦਾ ਹੈ। ਠੀਕ ਹੈ, ਬਟ ਅੰਡਰ ਆਰਡੀਨਲ ਯੂਟਿਲਿਟੀ ਵੀ ਰੈਂਕ, ਆਪਾਂ ਕੀ ਹੈ ਰੈਂਕ ਕਰਦੇ ਹਾਂ ਯੂਟਿਲਿਟੀ ਨੂੰ। ਯੂਟਿਲਿਟੀ ਨੂੰ ਕੀ ਹੈ ਰੈਂਕ ਕੀਤਾ ਜਾਂਦਾ ਹੈ ਕਿਸ ਦੇ ਅੰਡਰ, ਆਰਡੀਨਲ ਯੂਟਿਲਿਟੀ ਦੇ ਅੰਡਰ। ਠੀਕ ਹੈ, ਕੰਜ਼ਿਊਮਰ ਕੈਨ ਰੈਂਕ ਹਿਜ਼ ਯੂਟਿਲਿਟੀ, ਮਤਲਬ ਇਹਦੇ ਵਿੱਚ ਉਹ ਪ੍ਰੈਫਰੈਂਸਸ ਦਊਗਾ 1 ਰੈਂਕ, ਸੈਕਿੰਡ ਰੈਂਕ, ਫਸਟ ਰੈਂਕ, ਸੈਕਿੰਡ ਰੈਂਕ, ਥਰਡ ਰੈਂਕ, ਫੋਰਥ ਰੈਂਕ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਜਿਹੜੀ ਆਰਡੀਨਲ ਯੂਟਿਲਿਟੀ ਹੈ ਉਸ ਦੇ ਅੰਡਰ ਕੀ ਹੈ ਕੰਜ਼ਿਊਮਰ ਰੈਂਕ ਕਰਦਾ ਹੈ। ਦੈਨ ਫਿਰ ਹੈ ਥਰਡ ਡਿਮਿਨਿਸ਼ਿੰਗ ਮਾਰਜਨਲ ਰੇਟ ਆਫ ਸਬਸਟੀਟਿਊਸ਼ਨ। ਦੈਨ ਜਿਹੜਾ ਥਰਡ ਹੈ ਉਹ ਹੈਗਾ ਡਿਮਿਨਿਸ਼ਿੰਗ marginal rate of substitution। ਹੁਣ diminishing marginal rate of substitution ਕੀ ਹੈ? Under this rate, this is the rate at which certain amount of one commodity is substituted for another commodity। ठीक है, ਜਿਹੜਾ marginal rate of substitution ਹੈ ਉਹ ਕੀ ਹੁੰਦਾ ਹੈ MRS। ਸਭ ਤੋਂ ਪਹਿਲਾਂ ਆਪਾਂ ਇੱਕ ਚੀਜ਼ ਪੜ੍ਹਦੇ ਹਾਂ MRS ਕੀ ਹੁੰਦਾ, marginal rate of substitution। Marginal rate of substitution is a rate at which certain amount of one commodity of one
commodity is one commodity is substituted for another, is substituted for another. This is called your marginal rate of substitution. ਹੁਣ ਕੀ ਆਪਾਂ ਇਹਦੇ ਵਿੱਚ ਗੱਲ ਕੀਤੀ ਹੈ ਡਿਮਿਨਿਸ਼ਿੰਗ ਮਾਰਜਨਲ ਰੇਟ ਆਫ ਸਬਸਟੀਟਿਊਸ਼ਨ ਦੀ ਗੱਲ ਕੀਤੀ ਹੈ। ਹੁਣ ਇਸ ਕੇਸ ਦੇ ਵਿੱਚ ਕੀ ਹੁੰਦਾ ਕਿ ਸਪੋਜ਼ ਕਰੋ ਕਿ ਆਪਣੇ ਕੋਲ ਦੋ ਕਮੋਡਿਟੀਜ਼ ਨੇ, ਇੱਕ ਹੈਗੀ ਹੈ A ਕਮੋਡਿਟੀ, ਇੱਕ ਹੈਗੀ ਹੈ B ਕਮੋਡਿਟੀ। ਮੈਂ A ਕਮੋਡਿਟੀ ਦੀ 1 ਯੂਨਿਟ ਨੂੰ ਵਧਾਉਣ ਦੇ ਲਈ ਜਿਹੜਾ B ਕਮੋਡਿਟੀ ਦਾ ਕੁਝ ਸੈਕਰੀਫਾਈਸ ਕਰੂੰਗਾ ਉਹ ਕੀ ਹੈ ਹਰ ਵਾਰ ਕੀ ਹੈ ਘਟਦਾ ਜਾਊਗਾ, ਠੀਕ ਹੈ, ਡਿਮਿਨਿਸ਼ ਹੁੰਦਾ ਜਾਊਗਾ। ਇੱਕ ਵਾਰ ਤੁਸੀਂ ਇਸ ਨੂੰ ਸਮਝ ਲਓ, ਇੱਕ ਵਾਰ ਇਹਨੂੰ ਬਸ ਤੁਸੀਂ ਸਿਰਫ ਇੰਨਾ ਹੀ ਸਮਝੋ। ਆਪਾਂ ਅੱਗੇ ਜਦੋਂ ਇੰਡੀਫਰੈਂਸ ਕਰਵ ਕਰਾਂਗੇ ਆਪਾਂ ਇਹਨੂੰ ਡਿਟੇਲ ਦੇ ਵਿੱਚ ਕਰਾਂਗੇ ਕਿ ਮਾਰਜਨ ਰੇਟ ਆਫ ਜਿਹੜਾ ਹੈਗਾ ਡਿਮਿਨਿਸ਼ਿੰਗ ਮਾਰਜਨ ਰੇਟ ਆਫ ਸਬਸਟੀਟਿਊਸ਼ਨ ਹੈ ਕੀ ਹੁੰਦਾ ਹੈ, ਠੀਕ ਹੈ। ਫਿਲਹਾਲ ਇੰਨੀ ਚੀਜ਼ ਸਮਝ ਲਓ ਕਿ ਇਸ ਦੀ ਅਜ਼ੰਪਸ਼ਨ ਹੈ ਕਿ ਮਾਰਜਨ ਰੇਟ ਆਫ ਸਬਸਟੀਟਿਊਸ਼ਨ ਹੈ ਕਿ ਇਹ ਡਿਮਿਨਿਸ਼ ਕਰਦਾ, ਮਤਲਬ ਆਪਾਂ ਇੱਕ ਚੀਜ਼ ਨੂੰ ਵਧਾਉਂਦੇ ਹਾਂ ਤਾਂ ਉਸ ਦੇ ਬਦਲੇ ਜਿਹੜਾ ਸੈਕਰੀਫਾਈਸ ਕਰਨਾ ਪੈ ਰਿਹਾ ਉਹ ਕੀ ਆਪਾਂ ਨੂੰ ਘੱਟ ਕਰਨਾ ਪਊਗਾ। ਉਸ ਤੋਂ ਬਾਅਦ ਜਿਹੜਾ ਹੈਗਾ ਐਕਸਿਮ ਆਫ ਕੰਪੈਰੀਜ਼ਨ ਹੁਣ ਇਸ ਦੇ ਵਿੱਚ ਕੀ ਹੈ ਕਿ commodity X and Y can be compared in preferences, under which commodity X and Y can be compared, ਆਪਾਂ ਉਹਨਾਂ ਨੂੰ ਕੀ ਕਰ ਸਕਦੇ ਹਾਂ ਕੰਪੇਅਰ ਕਰ ਸਕਦੇ ਹਾਂ, ਠੀਕ ਹੈ, in preference। ਆਪਾਂ ਆਪਣੀ ਜਿਹੜੀ ਪ੍ਰੈਫਰੈਂਸ ਹੈ ਉਸ ਦੇ ਅਕੋਰਡਿੰਗ ਆਪਾਂ ਜਿਹੜੀਆਂ ਦੋ ਕਮੋਡਿਟੀਜ਼ ਨੇ ਉਹਨਾਂ ਨੂੰ ਕੀ ਹੈ ਕੰਪੈਰੀਜ਼ਨ ਕਰ ਸਕਦੇ ਹਾਂ ਕਿ ਕਿਹੜੀ ਜ਼ਿਆਦਾ ਵਧੀਆ ਕਿਹੜੀ ਘੱਟ ਵਧੀਆ, ਇੱਕ ਨੂੰ ਇੱਕ A ਰੈਂਕ ਦਿੱਤਾ, ਇੱਕ ਨੂੰ B ਰੈਂਕ ਦਿੱਤਾ, ਜਾਂ ਫਿਰ ਇੱਕ ਨੂੰ ਫਸਟ ਰੈਂਕ ਦਿੱਤਾ, ਇੱਕ ਨੂੰ ਸੈਕੰਡ ਰੈਂਕ ਦਿੱਤਾ, ਅਗਲੀ ਥਰਡ ਦਿੱਤਾ। ਸੋ ਇਹ ਕੀ ਹੈ ਕੰਪੈਰੀਜ਼ਨ ਇਹਦੇ ਵਿੱਚ ਪੋਸੀਬਲ ਹੁੰਦਾ ਹੈ। ਦੈਨ ਹੈ ਕੰਸਿਸਟੈਂਸੀ ਦੇ ਵਿੱਚ ਕੀ ਹੁੰਦਾ ਹੈ ਕੰਜ਼ਿਊਮਰ ਇਜ਼ ਕੰਸਿਸਟ ਟੂ ਹਿਜ਼ ਚੋਇਸ। ਜਿਹੜਾ ਕੰਜ਼ਿਊਮਰ ਹੈ ਉਹ ਆਪਣੀ ਚੋਇਸ ਨੂੰ ਲੈ ਕੇ ਕੰਸਿਸਟ ਰਹਿੰਦਾ। ਹੁਣ ਕੰਸਿਸਟ ਕਿਸ ਤਰੀਕੇ ਦੇ ਨਾਲ ਰਹਿੰਦਾ, ਸਪੋਜ਼ ਕਰੋ ਆਪਣੇ ਕੋਲ 3 ਕੰਬੀਨੇਸ਼ਨਸ ਨੇ, ਇੱਕ A ਕੰਬੀਨੇਸ਼ਨ ਹੈ, ਇੱਕ B ਕੰਬੀਨੇਸ਼ਨ ਹੈ, ਇੱਕ C ਕੰਬੀਨੇਸ਼ਨ ਹੈ, ਠੀਕ ਹੈ। ਆਪਣੇ ਕੋਲ 3 ਕੰਬੀਨੇਸ਼ਨਸ ਨੇ। ਕੀ ਹੋਇਆ ਕਿ ਕੰਜ਼ਿਊਮਰ ਨੇ ਜਿਹੜਾ ਪ੍ਰੈਫਰ ਕੀਤਾ A ਕੰਬੀਨੇਸ਼ਨ, ਠੀਕ ਹੈ, ਕਿਹਦੇ ਬਦਲੇ B ਦੇ, ਮਤਲਬ ਉਹ ਕਹਿੰਦਾ ਵੀ A ਕੰਬੀਨੇਸ਼ਨ ਜ਼ਿਆਦਾ ਵੱਡਾ ਹੈ ਜਾਂ ਜ਼ਿਆਦਾ ਵਧੀਆ, ਜ਼ਿਆਦਾ ਸੈਟਿਸਫੈਕਸ਼ਨ ਦਿੰਦਾ ਦੈਨ B। ਫਿਰ ਉਸ ਤੋਂ ਬਾਅਦ ਕੰਜ਼ਿਊਮਰ ਕਹਿੰਦਾ ਜਿਹੜਾ B ਕੰਬੀਨੇਸ਼ਨ ਹੈ ਉਹ ਜ਼ਿਆਦਾ ਬੈਟਰ ਹੈ C ਕੰਬੀਨੇਸ਼ਨ ਤੋਂ, B ਕੰਬੀਨੇਸ਼ਨ ਜਿਹੜਾ ਜ਼ਿਆਦਾ ਯੂਟਿਲਿਟੀ ਦੇ ਰਿਹਾ ਆਪਾਂ ਨੂੰ C ਦੇ ਕੰਪੈਰੇਟਿਵਲੀ। ਤਾਂ ਜਿਹੜਾ ਆਪਾਂ ਇਹਦੇ ਵਿੱਚ ਕੰਸਿਸਟੈਂਸੀ ਕਿਸ ਤਰੀਕੇ ਦੇ ਨਾਲ ਹੈ, ਸਭ ਤੋਂ ਪਹਿਲਾਂ ਮੈਂ ਕੰਸਿਸਟੈਂਸੀ ਦੀ ਗੱਲ ਕਰਾਂ। ਕੰਸਿਸਟੈਂਸੀ ਕਿਸ ਤਰੀਕੇ ਦੇ ਨਾਲ ਹੈ ਕਿ ਆਪਾਂ ਸਪੋਜ਼ ਕਰੋ ਆਪਾਂ ਕਹਤਾ ਕਿ A B ਤੋਂ ਬੈਟਰ ਹੈ, ਆਪਾਂ ਅਗਲੇ ਕੇਸ ਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ B A ਤੋਂ ਬੈਟਰ ਹੈ, ਠੀਕ ਹੈ, ਜਾਂ ਆਪਾਂ ਕਹਿ ਦਈਏ ਕਿ ਜਿਹੜਾ B ਹੈ ਉਹ ਜ਼ਿਆਦਾ ਵਧੀਆ A ਤੋਂ, ਇਸ ਕਰਕੇ ਮੈਂ ਉਹਨੂੰ ਕ੍ਰਾਸ ਕਰਤਾ, ਮਤਲਬ ਇਹ ਚੀਜ਼ ਨਹੀਂ ਹੁੰਦੀ। ਆਪਾਂ ਇੱਕ ਚੀਜ਼ ਨੂੰ ਜਿਹੜਾ ਬੈਟਰ ਕਹਿਤਾ ਤਾਂ ਉਹੀ ਹੋਊਗਾ। ਇਹ ਨਹੀਂ ਹੈਗਾ ਕਿ ਆਪਾਂ ਉਰੇ ਜਿਹੜਾ ਹੈਗਾ ਆਪਾਂ ਕਹਿ ਦਈਏ ਕਿ ਜਿਹੜਾ C ਕੰਬੀਨੇਸ਼ਨ ਹੈ ਫਿਰ ਉਹ B ਤੋਂ ਵਧੀਆ ਹੈ, ਇਹਨੂੰ ਕ੍ਰਾਸ ਕਰ, ਠੀਕ ਹੈ, ਵੀ ਉਹ B ਤੋਂ ਵਧੀਆ, ਇਹ ਚੀਜ਼ ਨਹੀਂ ਹੁੰਦੀ, ਸਮਝ ਗਏ। ਸੋ ਇਹਦੇ ਵਿੱਚ ਆਪਾਂ ਜਿਹੜੀ ਚੀਜ਼ ਇੱਕ ਵਾਰ ਲੈ ਲਈ, ਜਿਸ ਚੀਜ਼ ਨੂੰ ਆਪਾਂ ਪ੍ਰੈਫਰ ਕਰਤਾ, ਜਿਸ ਨੂੰ ਆਪਾਂ ਕਹਿਤਾ ਉਹ ਕੀ ਹੈ ਉਹਦੇ ਪ੍ਰਤੀ ਜਿਹੜਾ ਕੰਜ਼ਿਊਮਰ ਹੈ ਉਹ ਕੀ ਹੈ ਕੰਸਿਸਟੈਂਟ ਰਹਿੰਦਾ ਹੈ, ਠੀਕ ਹੈ, ਸਮਝ ਗਏ। ਉਸ ਤੋਂ ਬਾਅਦ ਜਿਹੜਾ ਅੱਗੇ 6th ਆ ਜਾਂਦਾ ਹੈ, 6th ਹੈਗਾ ਵੀਕ ਆਰਡਰਿੰਗ। ਵੀਕ ਆਰਡਰਿੰਗ ਦੇ ਅੰਡਰ ਆ ਜਾਂਦਾ ਹੁੰਦਾ ਆਪਣਾ ਜਿਹੜਾ ਹੈ ਇਸ ਅੰਡਰ ਹੈ ਦੇयर इज पॉसिबिलिटी ऑफ कंज्यूमर बीइंग बिटवीन 2 combinations, कंज्यूमर may prefer A to B or B to A, he may be indifferent। ਵੀਕ ਆਰਡਰਿੰਗ ਦੇ ਅੰਡਰ ਕੀ ਆ ਜਾਂਦਾ ਹੈ, ਇਸ ਕੇਸ ਦੇ ਵਿੱਚ ਕੀ ਹੁੰਦਾ ਹੈ, ਇਹਦੇ ਵਿੱਚ ਆਪਣੇ ਕੋਲੇ 2 ਕੰਬੀਨੇਸ਼ਨਸ ਨੇ ਸਪੋਜ਼ ਕਰੋ, ਠੀਕ ਹੈ, A ਐਂਡ B। ਹੁਣ ਇੱਥੇ ਜਿਹੜਾ ਕੰਜ਼ਿਊਮਰ ਹੈ ਉਹ ਕੀ ਹੈ ਵੀਕ ਹੋ ਸਕਦਾ ਆਰਡਰਿੰਗ ਦੇ ਵਿੱਚ, ਠੀਕ ਹੈ। ਕਦੋਂ ਹੋਊਗਾ ਵੀਕ, ਜਦੋਂ ਆਪਾਂ ਨੂੰ A ਜਿਹੜਾ ਕੰਬੀਨੇਸ਼ਨ ਹੈ ਉਹ ਵੀ ਬਹੁਤ ਵਧੀਆ ਯੂਟਿਲਿਟੀ ਦੇ ਰਿਹਾ ਹੈ ਐਂਡ B ਕੰਬੀਨੇਸ਼ਨ ਜਿਹੜਾ A ਜਿੰਨੀ ਯੂਟਿਲਿਟੀ ਆਪਾਂ ਨੂੰ, ਜਿੰਨੀ ਸੈਟਿਸਫੈਕਸ਼ਨ ਆਪਾਂ ਨੂੰ A ਦੇ ਰਿਹਾ ਹੈ ਓਨੀ ਹੀ ਆਪਾਂ ਨੂੰ ਜਿਹੜੀ ਸੈਟਿਸਫੈਕਸ਼ਨ ਹੈ ਉਹ B ਦੇ ਰਿਹਾ ਹੈ, ਠੀਕ ਹੈ। ਦੋਨੋਂ ਆਪਾਂ ਨੂੰ ਸੇਮ ਤਰੀਕੇ ਦੇ ਨਾਲ ਜਿਹੜੀ ਸੈਟਿਸਫੈਕਸ਼ਨ ਦੇ ਰਹੇ ਹੈ
ਤਾਂ ਫਿਰ ਆ ਜਿਹੜਾ ਕੰਜ਼ਿਊਮਰ ਹੈ ਉਹ ਕੀ ਇਨਡਿਫਰੈਂਟ ਹੋ ਜਾਊਗਾ ਨਾ, ਉਰੇ ਉਹਦੀ ਆਰਡਰਿੰਗ ਵੀਕ ਹੋ ਜਾਊਗੀ ਕਿ ਉਹਨੂੰ ਸਮਝ ਨਹੀਂ ਆਉਂਦਾ ਉਹ ਏ ਨੂੰ ਪ੍ਰੈਫਰ ਕਰੇ ਜਾਂ ਬੀ ਨੂੰ ਕਰੇ। ਠੀਕ ਹੈ, ਸੋ ਇੰਡੀਫਰੈਂਸ ਕਰਵ ਦੇ ਵਿੱਚ ਜਿਹੜਾ ਹੈਗਾ ਵੀਕ ਆਰਡਰਿੰਗ ਜਿਹੜੀ ਹੈਗੀ ਹੈ ਉਹ ਕੀ ਹੈ ਪਾਈ ਜਾਂਦੀ ਹੈ। ਠੀਕ ਹੈ, ਇਹ ਸੀਗੇ ਇਹਦੀਆਂ ਜਿਹੜੀਆਂ ਕੁਝ ਅਜ਼ੰਪਸ਼ਨਸ। ਇਸ ਤੋਂ ਬਾਅਦ ਜਿਹੜਾ ਨੈਕਸਟ ਟੌਪਿਕ ਹੋਊਗਾ ਉਸ ਦੇ ਵਿੱਚ ਆਪਾਂ ਕੀ ਕਰਾਂਗੇ, ਕੰਜ਼ਿਊਮਰ ਬਿਹੇਵੀਅਰ ਦੇ ਅੰਡਰ ਜਿਹੜਾ ਇੰਡੀਫਰੈਂਸ ਸ਼ਡਿਊਲ ਤੇ ਇੰਡੀਫਰੈਂਸ ਕਰਵ। ਠੀਕ ਹੈ, ਅੱਜ ਜਿਹੜਾ ਹੈਗਾ ਆਪਾਂ ਅਜ਼ੰਪਸ਼ਨਸ ਦੇ ਵਿੱਚ ਆਪਾਂ ਪੜ੍ਹੇ ਹੈ ਰੈਸ਼ਨੈਲਿਟੀ, ਆਰਡੀਨਲ ਯੂਟਿਲਿਟੀ, ਡਿਮਿਨਿਸ਼ਿੰਗ ਮਾਰਜਿਨ ਰੇਟ ਆਫ ਸਬਸਟੀਟਿਊਸ਼ਨ ਦੇ ਬਾਰੇ ਪੜ੍ਹੇ ਹੈ, ਫਿਰ ਆਪਾਂ ਡਿਮਿਨਿਸ਼ਿੰਗ ਮਾਰਜਿਨ ਰੇਟ ਆਫ ਸਬਸਟੀਟਿਊਸ਼ਨ ਦੇ ਬਾਰੇ ਪੜ੍ਹੇ ਹੈ, ਫਿਰ ਐਕਸਿਓਮ ਆਫ ਕੰਪੈਰੀਜ਼ਨ, ਕੰਸਿਸਟੈਂਸੀ ਐਂਡ ਵੀਕ ਆਰਡਰਿੰਗ। ਠੀਕ ਹੈ ਜੀ, ਥੈਂਕ ਯੂ ਸੋ ਮਚ, ਹੈਵ ਅ ਗੁੱਡ ਡੇ।